ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਭਾਗ 15। ਸੁਣੀਏ ਸਤ ਸੰਤੋਖ ਗਿਆਨ, ਸੁਣੀਏ 68 का इस्नान। सुनिए पढ़ पढ़ पावे मान, सुनिए लागे सहज ध्यान। नानक भगता सदा विगास, सुनिए दुख पाप का नाश। ਕੀ ਸਮਝਾਉਣਾ ਚਾਹੁੰਦੇ ਆ ਸਤਿਗੁਰ ਭਾਈ। ਪਿਛਲੀਆਂ ਪੌੜੀਆਂ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਸਿੱਧਾਂ ਬਾਰੇ, ਯੋਗੀਆਂ ਬਾਰੇ, ਨਾਥਾਂ ਬਾਰੇ, ਰਿਸ਼ੀ ਮੁਨੀਆਂ ਬਾਰੇ, ਜੋ ਸੰਸਾਰ ਦੀਆਂ ਪ੍ਰਚਲਿਤ ਮੱਤਾਂ ਸਾਰੀਆਂ ਸਤਿਗੁਰਾਂ ਨੇ ਆਪਾਂ ਨੂੰ ਖੋਲ੍ਹ ਕੇ ਸਮਝਾਈਆਂ। ਹੁਣ ਇਹ ਲਾਸਟ ਪੌੜੀ ਹੈ ਭਾਈ। ਮਨੁੱਖਾ ਦੇ ਹੀ ਆਪਾਂ ਨਾਮ ਦੀ ਪ੍ਰਾਪਤੀ ਕਰਨੀ ਹੈ, ਗੁਰ ਕੇ ਚਰਨ ਬਾਣੀ ਨਾਲ ਜੁੜ ਕੇ। ਇੱਥੋਂ ਆਪਣਾ ਜੀਵਨ ਸ਼ੁਰੂ ਹੋਣਾ ਹੈ ਸੁਣੀਏ ਤੋਂ। ਪਹਿਲਾਂ ਸੰਸਾਰ ਦੀ ਸਮਝੀ ਜਪ। ਹੁਣ ਸਤਿਗੁਰ ਕੀ ਸਮਝਾਉਣਾ ਚਾਹੁੰਦੇ ਆ ਉਹ ਸੁਣਨਾ ਆਪਾਂ। ਸਤਿਗੁਰ ਕੀ ਸਮਝਾਉਂਦੇ ਆ? ਸੁਣੀਏ ਸਤ ਸੰਤੋਖ ਗਿਆਨ। ਕਹਿੰਦੇ ਹੇ ਜੀਵ, ਜੀ ਤੂੰ ਗੁਰ ਕੇ ਚਰਨ ਬਾਣੀ ਨੂੰ ਵਿਚਾਰਦਾ ਰਹੇ, ਇਹ ਵਿਚਾਰਧਾਰਾ ਨਾਲ ਜੁੜੇ, ਪਹਿਲੜੀ ਲਾਮ ਪ੍ਰਵਿਰਤ ਮਾਰਗ ਦ੍ਰਿੜਾਇਆ। ਬਲਰਾਮ ਜੀ, ਉਹ ਤੇਰੇ 'ਚ ਪਰਿਵਰਤਨ ਨਾ ਆਵੇ, ਤੂੰ ਕੁਦਰਤ ਨਾਲ ਨਾ ਜੁੜੇ, ਤੈਨੂੰ ਸੱਚ ਦਾ ਦਰਸ਼ਨ ਨਾ ਹੋਵੇ, ਤੈਨੂੰ ਸੱਚ ਦਾ ਗਿਆਨ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਪਰ ਅਸੀਂ ਤਾਂ ਸੁਣਦੇ ਹੀ ਨਹੀਂ। ਅਸੀਂ ਤਾਂ ਸਤਿਗੁਰਾਂ ਨੂੰ ਉਪਦੇਸ਼ ਕਰਦੇ ਹਾਂ ਗੁਰੂ ਘਰ ਵੀ ਜਾ ਕੇ। ਸਿੱਖੀ ਦਾ ਘਰ ਹੈ ਮੁਕਤੀ ਦਾ। ਗੁਰੂ ਘਰ ਜਾ ਕੇ ਸਿੱਖੀ ਅਪਣਾਉਣੀ ਆਪਾਂ, ਆਤਮਾ ਕਰਕੇ। ਸਰੀਰ ਕਰਕੇ ਤਾਂ ਆਪਾਂ ਪੂਰਨ ਹੋ ਜਾਂਦੇ, ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਸਤਿਗੁਰ ਸਮਝਾਉਂਦੇ ਜੇ ਤੂੰ ਜੀਵ ਸੁਣੇ ਇਹਨੂੰ, ਗੁਰ ਸ਼ਬਦ ਨੂੰ, ਇਹਦੀ ਕਮਾਈ ਕਰੇ, ਸੱਤ ਤੋਂ ਭਾਵ ਸੱਚ, ਤੈਨੂੰ ਸੱਚ ਦਾ ਗਿਆਨ ਨਾ ਹੋਵੇ ਔਰ ਤੈਨੂੰ ਸੰਤੋਖ ਨਾ ਆਵੇ, ਤੂੰ ਮਾਇਆ ਪਾਰ ਨਾ ਕਰੇ, ਕਦੇ ਵੀ ਨਹੀਂ ਹੋ ਸਕਦਾ। ਸੁਣੀਏ ਸਤ ਸੰਤੋਖ ਗਿਆਨ। ਸੱਚ ਦੇ ਗਿਆਨ ਨਾਲ ਸੰਤੋਖ, ਮਨ ਟਿਕ ਜਾਂਦਾ ਹੈ, ਗਿਆਨ ਹੋ ਜਾਂਦਾ, ਮਨ ਬੁੱਧੀ ਸੂਝਵਾਨ ਹੋ ਕੇ ਮਾਇਆ ਦਾ ਤਿਆਗ ਕਰਕੇ ਸਰੀਰ 'ਚ ਰਹਿੰਦੇ ਜਿਉਂਦੇ ਹੀ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ, ਦੇਵ ਲੋਕ ਪਹੁੰਚ ਜਾਂਦੇ ਨੇ। ਆਪਾਂ ਸਲੋਕ ਪੜ੍ਹਦੇ ਹਾਂ, ਜਿਨੀ ਨਾਮ ਤੇ ਆਇਆ ਗਏ ਮਸਕਤ, ਕਾਲ ਨਾਨਕ ਤੇ ਮੁਕਜਲੇ ਕੀਤੀ ਛੁੱਟੀ ਨਾਲ। ਪਰ ਫਿਰ ਵੀ ਸੰਸਾਰ 'ਚ ਬਹੁਤ ਝੂਠ ਬੋਲਿਆ ਜਾਂਦਾ ਹੈ। ਬਾਬਾ ਜੀ ਨੇ ਦੱਸਤਾ ਜੀ ਉਹਨਾਂ ਨੇ ਜਾਣਾ ਸੀਗਾ। ਸ਼ਲੋਕਤਾਂ ਵਿੱਚ ਕੀ ਕਹਿ ਰਹੇ ਸਤਿਗੁਰ? ਉਹ ਕਹਿੰਦੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਦਾ ਪਤਾ ਨਹੀਂ ਕਿੰਨੇ ਕੁ ਨਿਕਲਦੇ ਨੇ, ਹੋਰ ਉਹ ਤਾਂ ਪ੍ਰਗਟ ਹੋ ਕੇ ਜਾਂਦੇ ਨੇ। ਪਰ ਫਿਰ ਵੀ ਅਸੀਂ ਸੱਚ ਦਾ ਗਿਆਨ ਨਾ ਹੋਣ ਕਰਕੇ ਭਰਮ 'ਚ ਪਏ ਰਹਿੰਦੇ ਆ, ਐਵੇਂ ਸਾਡਾ ਸਮਾਂ ਨਿਕਲ ਜਾਂਦਾ ਹੈ। ਸਤਿਗੁਰ ਸਮਝਾਉਂਦੇ ਆ ਸੁਣੀਏ ਸਤ ਸੰਤੋਖ ਗਿਆਨ। ਤੂੰ ਸੁਣੇ, ਤੈਨੂੰ ਸੱਚ ਦਾ ਦਰਸ਼ਨ ਨਾ ਹੋਵੇ, ਤੈਨੂੰ ਸੰਤੋਖ ਨਾ ਆਵੇ, ਤੇਰੀ ਮਾਇਆ ਪਾਰ ਨਾ ਹੋਵੇ, ਤੈਨੂੰ ਗਿਆਨ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਸੁਣੀਏ 68 ਕਾ ਇਸ਼ਨਾਨ। ਜਿਹੜੇ ਸਰੀਰ ਕਰਕੇ ਅਸੀਂ ਤੀਰਥ ਕਰਦੇ ਨੇ ਜਾਂ 62 68 ਤੀਰਥ ਨੇ, ਇਹ 68 ਹੀ ਹੈ। ਆਤਮਾ ਨੇ ਆਪਦੇ ਮੂਲ 'ਚ ਲੈ ਹੋਣਾ, 8 ਗੁਣਾਂ ਦੀ ਪ੍ਰਾਪਤੀ ਕਰਨੀ ਹੈ ਆਪਾਂ। ਇੱਥੋਂ 4 ਲੈ ਕੇ ਜਾਣੇ ਆ। 4 'ਚ ਸੰਸਾਰ ਕੁਦਰਤ ਨੇ ਕਨਵਰਟ ਕੀਤਾ ਹੈ, ਡਿਵਾਈਡ ਕੀਤਾ ਕਹਿ ਲਈਏ। ਨਿਰਭਉ ਭੈ ਦੇ ਵਿੱਚ ਨੇ ਸਾਰੇ। ਭੈ ਮੇ ਰਚਿਓ ਸਭ ਸੰਸਾਰਾ। ਸਾਰਾ ਸੰਸਾਰ ਉਹਨੇ ਭੈ 'ਚ ਰੱਖਿਆ ਹੋਇਆ, ਹੁਕਮ 'ਚ ਰੱਖਿਆ ਹੋਇਆ। ਨਿਰਵੈਰ, ਵੈਭਰੋਧ ਤੋਂ ਮੁਕਤ, ਕਾਲ ਤੋਂ ਮੁਕਤ। ਅਜੂਨੀ ਸਰੀਰ 'ਚ ਰਹਿੰਦਿਆਂ ਆਪਾਂ ਇਹ 4 ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਫਿਰ 68 ਜਾਂਦੀ ਹੈ ਆਪਣੀ। ਫਿਰ ਸਤਿਗੁਰ 'ਚ ਆਪਾਂ ਲੈ ਹੁੰਦੇ ਹਾਂ। ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ। ਗੁਣ ਸਾਡੇ 'ਚ ਕੋਈ ਨਹੀਂ, ਭਗਤ ਅਸੀਂ ਪਹਿਲਾਂ ਬਣ ਜਾਂਦੇ। ਉਹ ਭਾਈ ਸਰੀਰ ਕਰਕੇ ਆ। ਉਹ ਦੇਖਦੇ ਹਾਂ ਸੰਸਾਰ 'ਚ ਫਿਰ ਕੀ ਹਾਲ ਹੋ ਰਿਹਾ ਭਗਤਾਂ ਦਾ। 68 ਇੱਕ ਹੋ ਜਾਣਾ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮੁਰੇ। ਸੰਸਾਰ ਦੁਵਿਧਾ ਉਹਦੀ ਖਤਮ ਹੋ ਜਾਂਦੀ ਹੈ ਜਿਹੜੇ ਗੁਰਚਰਨ ਬਾਣੀ ਨਾਲ ਲੱਗਦੇ ਨੇ।
ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਉਹ ਸਠੀ ਜਾਂਦੀ ਹੈ, ਆਤਮਾ ਇੱਕ ਹੋ ਜਾਂਦੀ ਹੈ। ਸੁਣੀਏ 68 ਕਾ ਇਸ਼ਨਾਨ। ਜਿਹੜੇ ਗੁਰ ਸ਼ਬਦ ਨੂੰ ਪ੍ਰੇਮ ਕਰਦੇ ਨੇ, ਭਾਣੇ 'ਚ ਰਹਿੰਦੇ ਨੇ, ਬਾਣੀ ਨੂੰ ਸੱਤ ਕਰਕੇ ਮੰਨਦੇ ਨੇ, ਉਹ ਇੱਕ ਹੋ ਜਾਂਦੇ ਨੇ। ਇੱਕ ਹੁਣ ਤਾਂ ਜੀਵ ਆਇਆ ਵਾ, ਜੇ ਆਪਾਂ ਸੁਣਾਂਗੇ ਨਹੀਂ ਇੱਕ ਕਿਵੇਂ ਹੋਵਾਂਗੇ। ਅਸੀਂ ਤਾਂ ਗੁਰੂ ਘਰਾਂ ਜਾ ਕੇ ਗੁਰੂਆਂ ਨੂੰ ਉਪਦੇਸ਼ ਕਰਦੇ ਹਾਂ, ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ, ਸਾਰੀ ਸ੍ਰਿਸ਼ਟੀ ਨੂੰ ਸਮਝਾਇਆ। ਕਬੀਰ ਔਰੋਂ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰੱਖ ਤੇ ਖਾਇਆ ਕਰ ਕਾ ਖੇਤ। ਆਪਦਾ ਘਰ ਉਜੜਿਆ, ਦੂਏ ਨੂੰ ਸਮਝਾ ਰਹੇ ਨੇ। ਫਿਰ ਉੱਥੋਂ ਕੀ ਹੁੰਦਾ, ਹੰਕਾਰ ਪੈਦਾ ਹੋ ਜਾਂਦਾ। ਨਹੀਂ, ਇਹ ਗਲਤੀ ਨਹੀਂ ਕਰਨੀ ਭਾਈ। ਹਰ ਹਰ ਨਾਮ ਜਪੰਤੀਆਂ ਕਿਸ ਨਾ ਕਹੇ ਜਮਕਾਰ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਗੋਪਾਲ ਦਾ ਦਰਸ਼ਨ ਕਰਨਾ ਹੈ ਆਤਮਾ ਕਰਕੇ, ਫਿਰ ਸਠੀ ਜਾਣੀ ਆਪਣੀ। ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਲਾਲਚ, ਬਿਰਥਾ ਜਨਮ ਪੁਰਾਣੀ। ਲਾਲਚਾਂ ਦੇ ਵਿੱਚ ਆਪਾਂ ਲਾਗੇ, ਨਾਮ ਤੋਂ ਬਿਨਾਂ ਆਪਣਾ ਜੀਵਨ ਐ ਜਾ ਰਿਹਾ ਵਾ। ਮੇਘ ਬਿਨਾਂ ਜਿਉਂ ਖੇਤੀ ਜਾਏ, ਜਿਵੇਂ ਪਾਣੀ ਤੋਂ ਬਿਨਾਂ ਬਨਸਪਤੀ, ਇਵੇਂ ਨਾਮ ਤੋਂ ਬਿਨਾਂ ਆਪਣੀ ਦੇਹਰੀ। ਸੰਸਾਰ ਦੇ ਵਿੱਚ ਆਇਆ ਆਪਣਾ ਨਹੀਂ ਗਿਣਿਆ ਜਾਣਾ ਭਾਈ। ਆਇਆ ਸੋ ਪ੍ਰਵਾਨ ਹੈ ਜੋ ਗੁਰ ਚਰਣੀ ਲਾਗਾ। ਉਹ ਪ੍ਰਵਾਨ ਹੈ ਭਾਈ ਜੋ ਗੁਰਾਂ ਦੇ ਚਰਨ ਨਾਲ ਲੱਗਿਆ ਹੋਇਆ, ਬਾਣੀ ਨਾਲ ਲੱਗਿਆ ਹੋਇਆ। 68 ਕਾ ਇਸ਼ਨਾਨ। ਸੁਣੀਏ ਪੜ੍ਹ ਪੜ੍ਹ ਪਾਵੇ ਮਾਨ। ਫਿਰ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਗੁਰੂ ਸ਼ਬਦ 'ਚੋਂ। ਸਾਨੂੰ ਦੋ ਪਦਾਰਥ ਮਿਲ ਜਾਂਦੇ ਆ ਸੰਤੋਖ ਤੱਕ। ਗਿਆਨ ਪਹਿਲਾ ਪਦਾਰਥ ਗਿਆਨ, ਦੂਜਾ ਮੁਕਤੀ, ਤੀਜਾ ਫਿਰ ਨਾਮ ਦੀ ਭਗਤੀ ਆਪਣੀ ਸ਼ੁਰੂ ਹੁੰਦੀ ਹੈ। ਉਹ ਆਪਾਂ ਧਿਆਨ ਦੀ ਦੁਨੀਆ ਚਲੇ ਜਾਂਦੇ ਹਾਂ। ਇਹਨੂੰ ਬਾਣੀ ਵਿੱਚ ਦੇਵ ਲੋਕ ਕਹਿ ਲਈਏ, ਦਸਵਾਂ ਦੁਆਰ ਕਹਿ ਲਈਏ, ਦਰਗਾਹ ਕਹਿ ਲਈਏ, ਜਾਂ ਇਹ ਕਹਿ ਲਈਏ ਵੀ ਲੋਕ ਪਰਲੋਕ ਦੇ ਦਰ 'ਤੇ ਪਹੁੰਚ ਜਾਂਦੇ ਹਾਂ ਆਪਾਂ। ਉੱਥੋਂ ਦੋਨੇ ਹੀ ਦਿੰਦੇ, ਆਪਾਂ ਨੂੰ ਲੋਕ ਵੀ ਦਿੰਦਾ, ਪਰਲੋਕ ਵੀ ਦਿੰਦਾ। ਪਹਿਲਾਂ ਤਾਂ ਆਪਾਂ ਨੂੰ ਇਹ ਲੋਕ ਵੀ ਨਹੀਂ ਦਿੰਦਾ ਹੈਗਾ, ਕਦੋਂ ਕਾਲ ਹੁੰਦਾ ਪਤਾ ਹੀ ਨਹੀਂ ਲੱਗਦਾ। ਐਂ ਪਤਾ ਲੱਗਦਾ ਜਦੋਂ ਕਾਲ ਆ ਗਿਆ। ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਦਰਿਆਵੇ ਕੰਨੇ ਬੰਗਲਾ ਬੈਠਾ ਘੇਲ ਕਰੇਂਦੇ ਅੰਜ ਨੂੰ ਅਚਿੰਤੇ ਬਾਜ ਪਈ। ਹੁਕਮ ਆਉਂਦਾ ਅੰਤਰਾਤਮਾ ਨੂੰ, ਸਾਹ ਬੰਦ ਹੋ ਜਾਂਦਾ ਸਾਡਾ। ਬੰਗਲਾ ਮਨ ਰੂਪੀ ਬੰਗਲਾ ਸੰਸਾਰ ਨਾਲ ਖੇਲਦਾ, ਫਿਰ ਇੱਕਦਮ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਫਿਰ ਕੀ ਹੁੰਦਾ, ਇੰਨਾ ਤਾਂ ਆਪਾਂ ਨੂੰ ਪਤਾ ਹੀ ਹੈ। ਹੱਥਾਂ ਜੋੜੀ ਕਰਦੇ ਹਾਂ, ਪਹਿਲਾਂ ਹੀ ਕਰ ਲਈਏ ਭਾਈ, ਆਪਾਂ ਪਹਿਲਾਂ ਹੀ ਸੁਣ ਲਈਏ, ਸਮਝ ਲਈਏ ਇਹਨੂੰ। ਉਹੀ ਤਾਂ ਜਪ ਹੈ। ਪੜ੍ਹ ਪੜ੍ਹ ਪਾਵੇ ਮਾਨ। ਪੜ੍ਹਨ ਤੋਂ ਭਾਵ ਗੁਰੂ ਤੋਂ ਫਿਰ ਪੜ੍ਹਦਾ ਹੈ, ਫਿਰ ਗੁਰੂ ਦੀ ਸੁਣਦਾ ਹੈ, ਫਿਰ ਗੁਰੂ ਤੋਂ ਵੱਡਾ ਨਹੀਂ ਬਣਦਾ। ਹੋਈ ਨਿਮਾਣਾ ਜਗ ਰਹੇ, ਦਰਗੇ ਮਾਣ ਨਿਮਾਣਾ ਪਾ। ਫਿਰ ਦਰਗਾਹ 'ਚ ਪਹੁੰਚਦਾ ਵਾ। ਉੱਥੇ ਜਾ ਕੇ ਬਾਣੀ ਸਮਝੀ ਜਾਣੀ ਹੈ ਭਾਈ, ਉੱਥੇ ਹੀ ਉਚਾਰੀ ਜਾਂਦੀ। ਉੱਥੋਂ ਹੀ ਸਾਰੀ ਸ੍ਰਿਸ਼ਟੀ ਨੂੰ ਹੁਕਮ ਹੁੰਦਾ, ਉੱਥੋਂ ਹੀ ਸਾਰੀ ਸ੍ਰਿਸ਼ਟੀ ਕੰਟਰੋਲ ਹੁੰਦੀ ਹੈ। ਉੱਥੇ ਜਾ ਕੇ ਹੁਕਮ ਦਾ ਦਰਸ਼ਨ ਹੁੰਦਾ। ਉਹੀ ਦੇਵਲੋਕ ਹੈ ਭਾਈ। ਉਹ ਧਿਆਨ ਦੀ ਦੁਨੀਆ ਵਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਜਿਨ੍ਹਾਂ ਦਾ ਗਿਆਨ ਨਾਲ ਫਿਰ ਧਿਆਨ ਲੱਗ ਗਿਆ, ਉਹ ਮਸਕਤ 'ਚੋਂ ਨਿਕਲ ਜਾਂਦੇ ਨੇ। ਸੁਣੀਏ ਲਾਗੇ ਸਹਿਜ ਧਿਆਨ। ਇਹ ਜੀਵ ਜੇ ਤੂੰ ਸੁਣੇ ਬਾਣੀ ਨੂੰ, ਵਿਚਾਰੇ, ਇਹ ਵਿਚਾਰਧਾਰਾ ਨਾਲ ਜੁੜੇ, ਤੇਰਾ ਧਿਆਨ ਨਾ ਲੱਗੇ, ਤੂੰ ਸਹਿਜ ਦੁਨੀਆ 'ਚ ਨਾ ਪਹੁੰਚੇ, ਕਦੇ ਵੀ ਨਹੀਂ ਹੋ ਸਕਦਾ। ਸਹਿਜ ਦੁਨੀਆ ਇੱਥੇ ਨਹੀਂ ਹੈਗੀ। ਅਸੀਂ ਕਾਲਪਨਿਕ ਦੁਨੀਆ 'ਚ ਰਹਿੰਦੇ ਹਾਂ। ਇਹਨੂੰ ਕਲਯੁਗ ਕਹਿੰਦੇ ਆ। ਕਲਪਨਿਕ ਜੋ ਕਲਪਨਾ ਚੱਲਦੀ ਰਹਿੰਦੀ ਹੈ ਆਪਣੇ ਅੰਦਰ। ਜਦੋਂ ਅਸੀਂ ਸੁੱਤੇ ਉੱਠਦੇ ਹਾਂ, ਸਾਡੀ ਸੁਰਤ ਸਿੱਧੀ ਬ੍ਰੇਨ 'ਚ ਆਉਂਦੀ ਹੈ। ਕੋਠੇ ਕਹਿ ਰਹੀ, ਪਿੱਛੇ ਆਪਾਂ ਸਲੋਕ ਕੀਤੇ ਬਾਬਾ ਫਰੀਦ ਜੀ ਦੇ। ਕੋਠੇ ਚੜ੍ਹ ਦੇਖਿਆ, ਕੋਠੇ 'ਤੇ ਆ ਜਾਂਦਾ, ਅੰਦਰ ਤਾਂ ਝਾਕਦਾ ਹੀ ਨਹੀਂ। ਇਹ ਵਾਪਸੀ ਜਾਣਾ ਆਪਾਂ, ਜਿਵੇਂ ਆਏ ਹਾਂ ਉਵੇਂ ਹੀ ਜਾਣਾ। ਸਿੱਧੀ ਸਾਡੀ ਸੁਰਤ ਬ੍ਰੇਨ 'ਚ ਆਉਂਦੀ ਹੈ, ਸੰਸਾਰ ਨਾਲ ਜੁੜ ਜਾਂਦੀ ਹੈ, ਕਲਪਨਾ ਸ਼ੁਰੂ ਹੋ ਜਾਂਦੀ ਹੈ। ਉਹੀ ਤਾਂ ਕਾਲ ਹੈ ਭਾਈ। ਸਾਡੀ ਇੱਛਾ ਨਾਲ ਸੰਸਾਰ ਚੱਲਦਾ। ਜੇ ਸਾਡੀ ਇੱਛਾ ਨਾਲ ਸੰਸਾਰ ਚੱਲਦਾ, ਫਿਰ ਕੁਦਰਤ ਤੋਂ ਕੀ ਲੈਣਾ ਆਪਾਂ, ਫਿਰ ਭਗਤੀ ਤੋਂ ਕੀ ਲੈਣਾ ਹੈ, ਫਿਰ ਰੱਬ ਤੋਂ ਵੀ ਕੀ ਲੈਣਾ ਹੈ। ਨਹੀਂ ਭਾਈ, ਇਹ ਅਸੀਂ ਗਲਤੀ ਕਰਦੇ ਹਾਂ। ਤਾਂ ਅਸੀਂ ਗੁਰੂ ਘਰ ਜਾ ਕੇ ਸਿੱਖੀ ਨਹੀਂ ਪੜ੍ਹਾਉਂਦੇ, ਸਤਿਗੁਰਾਂ ਨੂੰ ਉਪਦੇਸ਼ ਕਰਦੇ ਹਾਂ। ਉੱਥੋਂ ਅਸੀਂ ਮਾਰ ਖਾ ਜਾਂਦੇ ਹਾਂ, ਕੁਰਾਏ ਪੈ ਜਾਂਦੇ ਹਾਂ। ਗਤੀ ਆਤਮਾ ਦੀ ਹੋਣੀ ਹੈ, ਸਰੀਰ ਦੀ ਕਰੀ ਜਾਂਦੇ ਹਾਂ। ਤਾਈਓ ਤਾਂ ਸਰੀਰ ਤਾਂ ਸੋਧਣਾ ਹੁੰਦਾ ਹੈ, ਕਿਰਿਆ ਕਹਿ ਲਈਏ। ਗਤੀ ਹੋਣੀ ਹੈ ਆਤਮਾ ਦੀ। ਆਤਮਾ ਪ੍ਰਾਤਮਾ ਜਦੋਂ ਇੱਕ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ। ਅਸੀਂ ਤਾਂ ਸਿੱਧੇ ਹੀ ਭਾਲਦੇ ਹਾਂ, ਉਹ ਵੀ ਅੱਖਾਂ ਨਾਲ ਹੀ ਸਾਖਸਾਤ ਸਾਹਮਣੇ ਭਾਲਦੇ ਹਾਂ। ਅਗਿਆਨੀ ਨੇ ਤਾਂ ਹੋਰ ਕੀ ਹੈ ਭਾਈ। ਜੇ ਗੁਰੂ ਨੂੰ ਸੁਣਿਆ ਹੋਵੇ ਤਾਂ ਕਾਹਨੂੰ ਐ ਕਹੀਏ। ਜਾਪ ਸਾਹਿਬ 'ਚ ਕੀ ਸਮਝਾਉਂਦੇ ਆ ਦਸਮ ਪਾਤਸ਼ਾਹ, ਚੱਕਰ ਚਿੰਨ ਔਰ ਵਰਨ ਜਾਤ ਔਰ ਪਾਤ ਨ ਹੈ ਜੇ, ਰੂਪ ਰੰਗ ਰੇਖ ਭੇਖ ਕੋ ਕਹਿ ਨ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਮਤੋਜ ਕੀ ਜੇ, ਕੋਟ ਇੰਦਰਾ
सा साहे गणीजे त्रय भवन मिही सुर नर बण बण तृण कहत तब सर्ब नाम कथे कवन ਵਰਨਤ ਨਾਮ ਸੁਮਤ। ਕੌਣ ਵਰਨ ਕਰ ਸਕਦਾ। ਫਿਰ ਵੀ ਗੁਰੂ ਭਗਤਾਂ ਨੇ ਉਹ ਕੁਦਰਤ ਬਾਰੇ ਆਪਾਂ ਨੂੰ ਇਹ ਗਿਆਨ ਦਾ ਸਮੁੰਦਰ ਦਿੱਤਾ, ਅਸੀਂ ਉਹਨਾਂ ਨੂੰ ਉਪਦੇਸ਼ ਕਰਦੇ ਹਾਂ। ਅਸੀਂ ਉਹ ਗੁਰੂਆਂ ਨੂੰ ਉਪਦੇਸ਼ ਕਰਦੇ ਹਾਂ ਜਿਹੜੀ ਸਾਡੀ ਸੋਚ ਤੋਂ ਵੀ ਪਰੇ ਨੇ। ਸੰਸਾਰ 'ਚ ਵੱਡਾ ਬਣਨਾ ਚਾਹੁੰਦੇ ਆ ਨਾ, ਸਿਆਣੇ ਬਣ ਕੇ ਨੇ ਜੋ ਜੋ ਜਗਤ ਮੇ ਪਿਆ ਸਿਆਣਾ ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਥੋੜ੍ਹੀ ਬਹੁਤ ਬਾਣੀ ਆ ਗਈ, ਗੁਰੂਆਂ ਦੀ ਬਰਾਬਰੀ ਕਰਨ ਲੱਗ ਜਾਂਦੇ ਹਾਂ ਅਸੀਂ। ਇੱਕ ਪ੍ਰਚਾਰਕ ਆਉਂਦਾ ਫਿਰ ਦੂਜਾ ਚਲੇ ਜਾਂਦਾ, ਆਪਦੀ ਦੁਵਿਧਾ ਗਈ ਨਹੀਂ, ਦੂਏ ਨੂੰ ਫਸਾਈ ਜਾਂਦੇ। ਸਜ਼ਾ ਮਿਲਦੀ ਹੈ ਬਹੁਤ ਭਾਰੀ ਉਹਦੀ, ਪੜ੍ਹਿਆ ਹੋਵੇ ਗੁਨੇਗਾਰ ਤਾਂ ਹਉਮੈ ਸਾਧਨਾ ਮਾਰੀਏ। ਸੰਗਤ ਦਾ ਕਸੂਰ ਨਹੀਂ, ਜਿਹੜਾ ਗਲਤ ਗਾਈਡ ਕਰ ਰਿਹਾ ਸਜ਼ਾ ਉਹਨੂੰ ਮਿਲਣੀ ਹੈ। ਸੁਣੀਏ ਲਾਗੇ ਸਹਿਜ ਧਿਆਨ, ਤੁਹਾਡਾ ਧਿਆਨ ਨਾ ਲੱਗੇ ਕਿਵੇਂ ਨਹੀਂ ਲੱਗੂ। ਫਿਰ ਗਿਆਨ ਹੀ ਧਿਆਨ ਬਣ ਜਾਂਦਾ ਹੈ। ਧਿਆਨ ਤੱਕ ਆਪਣੇ ਕੋਲ ਦੋ ਪਦਾਰਥ ਆ ਜਾਂਦੇ ਨੇ, ਗਿਆਨ, ਦੂਜਾ ਮੁਕਤੀ, ਤੀਜਾ ਫਿਰ ਨਾਮ। ਉਹਦੀ ਭਗਤੀ ਸ਼ੁਰੂ ਹੋ ਜਾਂਦੀ ਹੈ। ਜਦੋਂ ਨਾਮ ਦਾ ਦਰਸ਼ਨ ਹੁੰਦਾ, ਤੁਰਕੀ ਬਾਣੀ ਦਾ, ਉਹ ਨਾਦ ਦਾ, ਉਹ ਹੁਕਮ ਦਾ, ਫਿਰ ਉਹ 'ਚ ਅਸੀਂ ਲੈ ਹੋ ਜਾਂਦੇ ਹਾਂ। ਫਿਰ ਉਹ ਚੌਥਾ ਜਨਮ ਸੱਚਖੰਡ ਦੇ ਵਾਸੀ ਬਣ ਜਾਂਦੇ ਹਾਂ, ਸਰੀਰ 'ਚ ਰਹਿੰਦੇ ਰਹਿੰਦੇ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਲ। ਸੁਣਨਾ ਐਡਾ ਫਲ ਹੈ ਆਪਾਂ ਨੂੰ ਭਾਈ। ਦੁੱਖਾਂ ਪਾਪਾਂ ਸੰਸਾਰ ਦਾ ਸਾਡਾ ਛੁਟਕਾਰਾ ਹੋ ਜਾਂਦਾ। ਸੁਣੀਏ ਦੁੱਖ ਪਾਪ ਕਾ ਨਾਸ਼ ਤੋਂ ਭਾਵ ਕੀ ਹੈ। ਇਹ ਦੁੱਖ ਸਾਗਰ 'ਚ ਰਹਿੰਦੇ ਅੰਮ੍ਰਿਤ ਲੋਕ ਹੈ ਇਹ। ਮਰਨ ਲਿਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ। ਇਹ ਬਾਣੀ ਮਾਈ ਨੇ ਜੀਵਨ ਸਾਜਣਾ, ਇਹ ਅੰਮ੍ਰਿਤ ਲੋਕ ਹੈ, ਦੁੱਖ ਸਾਗਰ ਹੈ। ਇੱਥੋਂ ਸਾਡਾ ਛੁਟਕਾਰਾ ਹੋ ਜਾਂਦਾ। ਆਤਮਾ ਦੇ ਪ੍ਰਾਤਮਾ ਮੂਲ 'ਚ ਲੈ ਹੋ ਕੇ ਆਪਦੇ ਘਰ ਪਹੁੰਚ ਜਾਂਦੀ ਹੈ। ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਹੈ, ਪਰ ਆਪਾਂ ਤਾਂ ਸੁਣਦੇ ਹੀ ਨਹੀਂ ਹੈਗੇ। ਐਡਾ ਫਲ ਹੈ ਭਾਈ ਸੁਣਨ ਦਾ। ਗੁਰੂ ਵੱਡਾ ਹੁੰਦਾ ਉਹਨੂੰ ਸੁਣੀਦਾ ਹੁੰਦਾ। ਇਸ ਤਾਂ ਗੁਰੂਆਂ ਨੇ ਸੁਣਾਉਂਦੇ ਆ ਭਾਈ। ਤਿਉਂ ਕਰਾਏ ਪਏ ਹੋਏ ਆ, ਨਹੀਂ ਇਹ ਗਲਤੀ ਨਹੀਂ ਕਰਨੀ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ, ਸਾਨੂੰ ਵੀ ਪ੍ਰਾਪਤੀ ਹੋਵੇ, ਅਸੀਂ ਵੀ ਉਹ ਅਵਸਥਾ ਪ੍ਰਾਪਤ ਕਰੀਏ। ਗੁਰ ਉਪਦੇਸ਼ ਨੂੰ ਸੁਣੀਏ, ਫਿਰ ਸਾਡਾ ਮਨ ਟਿਕੂਗਾ, ਧਿਆਨ ਲੱਗੂਗਾ। ਇਹ ਕਮਾਈ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।